ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, GN ਲਿਓ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੀਲਾ ਦੀ ਹੈ। ਨਿੰਮਾ ਸਹੋਤਾ ਹੁਣਾਂ ਦਾ ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵਿਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਖ ਕਰਦੇ ਹਾਂ ਖਬਰਾਂ ਦਾ। ਮਿੰਟੂ ਜੀ ਪਾਇਓ ਚਾਨਣਾ। ਸਭ ਤੋਂ ਪਹਿਲਾਂ ਅੱਜ ਸੁਖਬੀਰ ਬਾਦਲ ਹੁਣੀ ਚਰਚਾ 'ਚ ਰਹੇ ਨੇ ਤੇ ਨਾਲ ਦੀ ਨਾਲ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਹੁਣੀ ਵੀ ਚਰਚਾ ਦੇ ਵਿੱਚ ਬਣੇ ਰਹੇ ਨੇ। ਗ੍ਰਿਫਤਾਰੀ ਦੀ ਤਲਵਾਰ ਕਹਿੰਦੇ ਸੁਖਬੀਰ ਬਾਦਲ ਉੱਤੇ ਲਟਕ ਰਹੀ ਹੈ। ਕੀ ਹੈ ਜੀ ਪੂਰਾ ਮਾਜਰਾ? ਦੇਖੋ, ਗੱਲ ਇਹ ਆ ਕਿ ਤੁਹਾਨੂੰ ਯਾਦ ਹੋਣਾ ਹੈ ਕੁਝ ਸਮਾਂ ਪਹਿਲਾਂ ਹੀ ਇਸ ਗੱਲ ਦਾ ਇਮਕਾਨ ਬਣ ਗਿਆ ਸੀਗਾ ਕਿ ਕੰਮ ਖਰਾਬ ਹੋਣ ਵਾਲਾ ਹੈ। ਦਰਅਸਲ ਕੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਫਸਾਉਣ ਦਾ ਯਤਨ ਜਿਹੜਾ ਸੀਗਾ ਉਹ ਲਗਭਗ ਸਾਫ਼ ਸੀ। ਤੁਹਾਨੂੰ ਯਾਦ ਹੋਣਾ ਹੈ ਕਿ ਇੱਕ ਤੇ ਫਰੀਦਕੋਟ ਦੇ ਵਿੱਚ ਨਵੇਂ SSP ਦੀ ਪੁਲਿਸ ਕਪਤਾਨ ਦੀ ਤੈਨਾਤੀ ਵੱਡਾ ਸਵਾਲ ਸੀ, ਵੱਡਾ ਪ੍ਰਸ਼ਨ ਸੀ। ਤੇ ਉਹ ਪੁਲਿਸ ਅਫਸਰ ਕਿਸ ਤਰ੍ਹਾਂ ਕੰਮ ਕਰਦਾ ਸਭਨਾਂ ਨੂੰ ਪਤਾ ਹੈ। ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤੇ ਸੁਖਬੀਰ ਸਿੰਘ ਬਾਦਲ ਨੇ ਅੰਦਰ ਖਾਤੇ ਆਪਣੇ ਵੱਡੇ ਆਗੂਆਂ ਨੂੰ ਲਗਭਗ ਸੁਨੇਹੇ ਲਾ ਦਿੱਤੇ ਸਨ। ਠੀਕ ਹੈ ਜੀ। ਤੋ ਇਹ ਸਾਫ਼ ਸੀਗਾ। ਤੇ ਅੰਤ ਦੇ ਵਿੱਚ ਕੀ ਹੋਇਆ ਕਿ ਅੱਜ ਸਵੇਰੇ ਖਬਰ ਜਿਹੜੀ ਉਹ ਲੀਕ ਕਰਵਾਈ ਜਾਂਦੀ ਹੈ ਕਿ ਗਿਆਨੀ ਰਘਵੀਰ ਸਿੰਘ ਹੋਰਾਂ ਨੇ SIT ਦੇ ਕੋਲ ਬਿਆਨ ਦਰਜ ਕਰਵਾ ਦਿੱਤੇ ਆ ਗੋਲੀकांड ਸੰਬੰਧੀ। ਇਹ ਖਬਰ ਜਿਵੇਂ ਹੀ ਵਾਇਰਲ ਹੋਈ, ਜਿਵੇਂ ਲੀਕ ਹੋਈ, ਤਾਂ ਤੁਹਾਨੂੰ ਪਤਾ ਹੀ ਆ ਕਿ ਸਕ੍ਰਿਪਟ ਜਿੱਦਾਂ ਤਿਆਰ ਹੁੰਦੀ ਆ। ਆਮ ਆਦਮੀ ਪਾਰਟੀ ਦਾ ਜਿਹੜਾ ਈਕੋ ਸਿਸਟਮ ਐਂਡ ਖੁਦ ਬਲਤੇਜ ਪੰਨੂ ਹੋਰੀ ਜਿਹੜੇ 1-2 ਦਿਨ ਤੋਂ ਪੱਗ ਬੰਨਣੀ ਸਟਾਰਟ ਕਰ ਚੁੱਕੇ ਸਨ, ਉਹਨਾਂ ਨੇ ਰਿਹਰਸਲ ਕਰ ਰੱਖੀ ਸੀਗੀ, ਤਾਂ ਉਹ ਵੀ ਮੈਦਾਨ ਦੇ ਵਿੱਚ ਆ ਗਏ ਪ੍ਰੈਸ ਕਾਨਫਰੰਸਾਂ ਕਰਨ ਵਾਸਤੇ। ਸਾਫ਼ ਸੀ ਕਿ ਤਿਆਰੀ ਆ, ਕਿਉਂਕਿ ਗਿਆਨੀ ਨੇ ਕਦ SIT ਦੇ ਮੋਹਰੇ ਬਿਆਨ ਦਰਜ ਕਰਵਾਏ ਕਿਸੇ ਨੂੰ ਪਤਾ ਹੀ ਨਹੀਂ ਸੀ। ਪਤਾ ਲਵਾਇਆ ਗਿਆ ਜੀ। ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਰਿਐਕਟ ਕਰਦੇ ਨੇ ਕਿ ਗਿਆਨੀ ਰਘਵੀਰ ਸਿੰਘ ਆਮ ਆਦਮੀ ਪਾਰਟੀ ਦੇ ਵਰਕਰ ਬਣ ਕੇ ਕੰਮ ਕਰ ਰਹੇ, ਇਹੋ ਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਤੇ ਨਾਲ ਕਿਹਾ ਕਿ ਮੈਂ ਡਰਦਾ ਨਹੀਂ ਕਿਸੇ ਤੋਂ, ਮੈਂ ਭੱਜਣ ਨਹੀਂ ਲੱਗਾ। ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਕਹਿਣਾ ਸੀਗਾ ਕਿ ਹੁਣ ਊਂਟ ਆਏਗਾ ਪਹਾੜ ਦੇ ਥੱਲੇ। ਯਾਨੀ ਇਹਨਾਂ ਨੇ ਅੰਦਰ ਜਾ ਕੇ, ਯਾਨੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਗਲਤੀਆਂ ਮੰਨੀਆਂ ਤੇ ਬਾਹਰ ਨਿਕਲਦੇ ਹੀ ਮੁੱਕਰ ਗਏ। ਤਾਂ ਹੁਣ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਜਾ ਕੇ SIT ਦੇ ਮੂਹਰੇ ਬਿਆਨ ਦਿੱਤੇ ਆ। ਦੇਖੋ ਗੁਰਪ੍ਰੀਤ, ਗੱਲ ਇਹ ਆ ਕਿ ਕੀ ਧਾਰਮਿਕ ਤੌਰ ਤੇ ਜਿਹੜੀ ਇੱਕ ਪ੍ਰਸ਼ਾਸਕੀ ਅਸਫਲਤਾ ਦੀ ਝੋਲੀ ਅੱਡ ਕੇ ਜੋ ਆਪਾਂ ਕਹ ਲਈਏ ਕਨਫੈਸ਼ਨ ਹੈ ਜਾਂ ਆਪਣੇ ਆਪ ਦੇ ਵਿੱਚ ਆਪਣਾ ਗੁਨਾਹ ਕਬੂਲ ਕਰਨ ਦੀ ਵਿਧੀ ਹੈ, ਕਿ ਉਸ ਨੂੰ ਅਦਾਲਤੀ ਜਾਂ ਕਾਨੂੰਨੀ ਰੂਪ ਨਾਲ ਮਾਨਤਾ ਮਿਲੇਗੀ? ਇਹ ਇੱਕ ਇਸ ਮਾਮਲੇ 'ਚ ਟੈਕਨੀਕਲਿਟੀ ਦਾ ਵਿਸ਼ਾ ਹੈ ਜਾਂ ਕਾਨੂੰਨੀ ਵਿਧਾਨਕ ਪ੍ਰਕਿਰਿਆ ਦੇ ਵਿੱਚ ਜੋ ਚੀਜ਼ਾਂ ਜਾਇਜ਼ ਜਾਂ ਨਜਾਇਜ਼ ਹੁੰਦੀਆਂ ਉਸ ਕਸਵੱਟੀ ਦਾ ਵਿਸ਼ਾ। ਦੂਜੀ ਗੱਲ, ਸੁਖਬੀਰ ਸਿੰਘ ਬਾਦਲ ਕਹਿ ਰਹੇ ਸਨ ਕਿ ਧਰਮ ਨੂੰ ਰਾਜਸੀ ਹਿੱਤਾਂ ਵਾਸਤੇ ਨਹੀਂ ਵਰਤਣਾ ਚਾਹੀਦਾ। ਵੈਸੇ ਇਹ ਸਾਰੀ ਪ੍ਰੈਕਟਿਸ ਹੀ ਇਹਨਾਂ ਤੋਂ ਆਰੰਭ ਹੋਈ ਹੈ ਹੁਣ, ਤੇ ਇੰਡੀਆ ਪੂਰੇ ਦੇ ਵਿੱਚ ਹੀ ਇਸ ਤਰ੍ਹਾਂ ਚੱਲਦਾ। ਹੁਣ ਗੱਲ ਇਹ ਹੈ ਕਿ ਗਿਆਨੀ ਰਘਵੀਰ ਸਿੰਘ ਬਾਰੇ ਤੇ ਮੈਂ ਸ਼ਾਇਦ ਤੁਹਾਨੂੰ ਪਹਿਲਾਂ ਦੱਸ ਦਿੱਤਾ ਸੀ, ਈਵਨ ਦੈਟ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਹੋਰਾਂ ਬਾਰੇ ਵੀ ਮੈਂ ਤੁਹਾਨੂੰ ਕਈ ਮਹੀਨੇ ਪਹਿਲਾਂ ਦੱਸਿਆ ਹੋਵੇਗਾ ਕਿ ਸੁਖਬੀਰ ਸਿੰਘ ਬਾਦਲ ਤੇ ਇਹ ਸਕੰਜਾ ਕੱਸਿਆ ਹੀ ਜਾਣਾ ਸੀਗਾ। ਕਿਉਂਕਿ ਕੋਹਲੀ ਨੂੰ ਫੜਿਆ ਉਦੋਂ ਮਾਮਲਾ ਖਾਲੀ ਨਿਕਲ ਗਿਆ, ਫਿਰ ਉਸ ਤੋਂ ਬਾਅਦ ਮਜੀਠੀਏ ਦੀ ਵਾਰੀ ਆ ਗਈ, ਯਾਨੀ ਏਦਾਂ ਮਹੀਨੇ ਬੀਤਦੇ ਗਏ। ਗਿਆਨੀ ਰਘਵੀਰ ਸਿੰਘ ਤੇ ਜਦੋਂ ਰਣਜੀਤ ਐਵੇਨਿਊ 'ਚ ਪ੍ਰੈਸ ਕਾਨਫਰੰਸ ਕਰ ਰਹੇ ਸਨ, ਪਿਛਲੇ ਕੁਝ ਹਫ਼ਤਿਆਂ ਦੀ ਗੱਲ ਆ, ਕਿ ਉਸ ਵੇਲੇ ਜਿਹੜੇ ਇਨਵੀਟੇਸ਼ਨ ਮਿਲੇ ਸਨ ਪ੍ਰੈਸ ਨੂੰ, ਪ੍ਰੈਸ ਕਵਰੇਜ ਵਾਸਤੇ, ਤਾਂ ਉਹ
ਇਨਵੀਟੇਸ਼ਨ ਹੀ ਆਮ ਆਦਮੀ ਪਾਰਟੀ ਨੇ ਭੇਜੇ ਸੀ, ਇੱਥੋਂ ਤੱਕ ਕਿ ਮੇਰੀ ਜਾਣਕਾਰੀ ਦੇ ਮੁਤਾਬਕ ਕਿ ਕੁਝ ਚੰਡੀਗੜ੍ਹੋਂ ਪੱਤਰਕਾਰ ਖੁਦ ਵਹੀਕਲਾਂ ਦਾ ਇੰਤਜ਼ਾਮ ਕਰਕੇ ਉੱਥੇ ਖੜੇ ਗਏ ਸਨ। ਤਾਂ ਉਹ ਸਭ ਕੁਝ ਜੀ ਯਾਨੀ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਹੀ ਜਿਵੇਂ ਸੋ ਨਿਯੋਜਿਤ ਤਰੀਕਾ ਹੁੰਦਾ ਹੈ, ਵਿਉਂਤਿਆ ਤਰੀਕਾ ਹੁੰਦਾ ਹੈ, ਉਹਦੇ ਢੰਗ ਨਾਲ ਹੀ ਅੰਜਾਮ ਦਿੱਤਾ ਜਾ ਰਿਹਾ ਸੀਗਾ। ਹੁਣ ਜੇ ਗੱਲ ਕਰੀਏ ਕਿ ਬਈ ਇੱਕ ਤਾਂ ਕਾਨੂੰਨੀ ਪਹਿਲੂ ਆ ਕਿ ਸੁਖਬੀਰ ਸਿੰਘ ਬਾਦਲ ਕਿਸੇ ਕਿਸਮ ਦੀ ਕਾਰਵਾਈ ਜੇ ਹੁੰਦੀ ਹੈ ਤਾਂ ਉਸ ਸੂਰਤ ਦੇ ਵਿੱਚ ਉਸਨੂੰ ਚੈਲੰਜ ਕਰਦੇ, ਕੀ ਹੁੰਦਾ ਹੈ ਇਹ ਤੇ ਆਪਾਂ ਦੇਖਾਂਗੇ, ਬਾਅਦ ਦੀਆਂ ਗੱਲਾਂ ਨੇ। ਪਰ ਗਿਆਨੀ ਰਘਬੀਰ ਸਿੰਘ ਨੂੰ ਮੈਂ ਤੇ ਆਪ ਸਵਾਲ ਕਰਦਾ ਕਿ ਜੇ ਨਿਆਂ ਵਾਸਤੇ ਤੁਸੀਂ ਤੁਰੇ ਹੋ ਤਾਂ ਕੀ ਬੇਅਦਬੀ ਦਾ ਨਿਆਂ ਨਹੀਂ ਚਾਹੀਦਾ ਸੰਗਤ ਨੂੰ? ਸੁਖਬੀਰ ਸਿੰਘ ਬਾਦਲ ਤੇ ਆਪਦੀ ਲੜਾਈ ਲੜੇ ਹੁਣ, ਸੁਖਬੀਰ ਸਿੰਘ ਬਾਦਲ ਆਪਦੇ ਆਪ ਨੂੰ ਬੇਗੁਨਾਹ ਸਾਬਤ ਕਰਦੇ ਆ ਜਾਂ ਨਹੀਂ ਕਰਦੇ, ਉਹ ਉਹਨਾਂ ਤੇ ਛੱਡ ਦਈਏ ਆਪਾਂ। ਗੱਲ ਇਹ ਕਿ ਕੀ ਬੇਅਦਬੀ ਦੀਆਂ ਤਾਰਾਂ ਜਾਂਚ ਪੜਤਾਲ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜੋੜੀਆਂ ਨਹੀਂ ਸਨ ਇੱਕ ਡੇਰੇ ਨਾਲ? ਉਹ ਡੇਰਾ ਕੌਣ ਜੀ ਆ? ਸਰਸਾ। ਕੀ ਤੁਹਾਡੇ 'ਚ ਹਿੰਮਤ ਹੈਗੀ ਹੈ ਕਿ ਇਸ ਸਰਕਾਰ ਨੂੰ ਤੁਸੀਂ ਕਹੋ ਕਿ ਉਹ ਵੀ ਜਾਂਚ ਮੁਕੰਮਲ ਕਰੋ? ਕਿ ਜਿਹੜਾ ਮੌੜ ਬੰਬ ਧਮਾਕਾ ਹੈ ਜਿਹਦੀਆਂ ਤਾਰਾਂ ਕਹਿ ਲਓ ਕਿ ਪਹਿਲੇ ਦਿਨ ਤੋਂ ਡੇਰੇ ਨਾਲ ਜੁੜੀਆਂ, ਕੀ ਤੁਸੀਂ ਉਹਦਾ ਨਿਆਂ ਮੰਗੋਗੇ ਕਿ ਉਹ ਲੋਕ ਨਿਰਦੋਸ਼ ਨਹੀਂ ਹੈਗੇ, ਉਹ ਇਨੋਸੈਂਟ ਨਹੀਂ ਹੈਗੇ? ਇਨੋਸੈਂਟ ਤਾਂ ਬਾਈਬਲ ਵਾਲੇ ਵੀ ਆ, ਇਨੋਸੈਂਟ ਮੌੜ ਵਾਲੇ ਵੀ ਆ। ਤਾਂ ਇਸ ਕਰਕੇ ਗਿਆਨੀ ਰਘਬੀਰ ਸਿੰਘ ਹੋਰਾਂ ਨੇ ਜਿਹੜੀ ਗੇਮ ਖੇਡਣੀ ਸੀ ਉਹ ਖੇਡਦੀ ਆ। ਹੁਣ ਇਹ ਜਾਣਨ ਸੁਖਬੀਰ ਸਿੰਘ ਬਾਦਲ ਹੋਰੀ ਜਾਂ ਸੁਖਬੀਰ ਸਿੰਘ ਬਾਦਲ ਦੇ ਕਾਨੂੰਨੀ ਜਿਹੜੇ ਅਹਿਲਕਾਰ ਹੈ ਉਹਨਾਂ ਨੂੰ ਹੁਣ ਪਤਾ ਹੋਏਗਾ ਕਿ ਕਿੱਦਾਂ ਨਿਕਲਣਾ ਇਸ ਸਕੰਜੇ ਚੋਂ। ਪਰ ਸੁਖਬੀਰ ਸਿੰਘ ਬਾਦਲ ਤੇ ਇੱਕ ਵਾਰੀ ਇਹਨਾਂ ਨੇ ਸ਼ਿਕੰਜਾ ਤੇ ਪੂਰਾ ਜਿਹੜਾ ਫੌਲਾਦੀ ਕੱਸਿਆ, ਨਿਕਲਦੇ ਆ ਕਿ ਨਹੀਂ ਇਹ ਤਾਂ ਹੁਣ ਸਮਾਂ ਦੱਸੇਗਾ ਜਾਂ ਉਹਨਾਂ ਦੀ ਹਿੰਮਤ ਦੱਸੇਗੀ। ਪਰ ਸੁਖਬੀਰ ਸਿੰਘ ਬਾਦਲ ਜੇ ਇਸ ਹੱਲੇ ਚੋਂ ਨਿਕਲ ਗਏ ਤਾਂ ਫਿਰ ਮੇਰੇ ਖਿਆਲ ਦੇ ਨਾਲ ਫਿਰ ਪਤਾ ਹੀ ਆਪਾਂ ਨੂੰ ਕਿ ਇਲੈਕਸ਼ਨ ਲਗਭਗ ਬਿਲਕੁਲ ਦਿਸਣ ਲੱਗ ਜਾਏਗਾ ਫਿਰ। ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਰਮਨ ਅਰੋੜਾ ਹੋਣਾ ਦਾ ਇੱਕ ਵਾਰ ਫਿਰ ਤੋਂ ਈਡੀ ਦਫ਼ਤਰ ਦਾ ਗੇੜਾ ਲੱਗਿਆ ਹੈ, ਪੇਸ਼ੀ ਪਈ ਹੈ ਉਹਨਾਂ ਦੀ। ਦੇਖੋ ਰਮਨ ਅਰੋੜਾ ਤੇ ਕਿੱਕੀ ਢਿੱਲੋਂ ਇਹ ਫਿਰ ਗਏ ਨੇ ਦੋਨਾਂ ਦਾ ਮਾਮਲਾ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਈ ਆ। ਵੈਸੇ ਜਿਹੜਾ ਪਾਵਰ 'ਚ ਆ ਜਾਂਦਾ ਕਿਹੜਾ ਹੈ ਜਿਹਦੀ ਆਮਦਨ ਤੋਂ ਵੱਧ ਜਾਇਦਾਦ ਨਾ ਹੋਵੇ। ਦੂਜੀ ਗੱਲ ਜਿਹੜੀ ਹੈ ਗੁਰਪ੍ਰੀਤ ਕੇ ਰਮਨ ਅਰੋੜਾ ਤੁਹਾਨੂੰ ਪਤਾ ਤੁਹਾਡੇ ਇੱਥੇ ਜਲੰਧਰ ਸੈਂਟਰਲ ਦੇ ਹੈਗੇ ਨੇ MLA ਆਮ ਆਦਮੀ ਪਾਰਟੀ ਦੇ, ਇਹਨਾਂ ਦੀ ਨੇੜਤਾ ਇੱਕ ਵੱਡੇ ਬੌਸ ਦੇ ਪਰਿਵਾਰ ਨਾਲ ਸੀ, ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ, ਉਹਨਾਂ ਦਾ ਘਰ ਵੀ ਇੱਥੇ। ਅਸਲ ਵਿੱਚ ਕਹਾਣੀ ਹੁਣ ਇੱਥੇ ਆ ਕੇ ਠਹਿਰਦੀ ਆ ਕਿ ਰਮਨ ਅਰੋੜਾ ਤੇ ਜਿਹੜੇ ਇਲਜ਼ਾਮ ਲੱਗੇ ਨੇ, FIR ਤਾਂ ਕੱਟੀ ਵਿਜੀਲੈਂਸ ਨੇ ਤੇ ਵਿਜੀਲੈਂਸ ਦੀ ਕੱਟੀ FIR 'ਚ ਤੁਹਾਨੂੰ ਪਤਾ ਹੀ ਹੈ ED ਇਨਵੋਲਵ ਹੋ ਗਏ। ED ਨੇ ਕਿਹਾ ਕਿ ਲਿਆਓ ਜ਼ਰਾ ਸਾਈਡ ਦਿਓ, ਅਸੀਂ ਵੀ ਮਾੜਾ ਜਿਹਾ ਦੇਖ ਲਈਏ। ਹੁਣ ਇਸ ਗੱਲ ਦੇ ਚਰਚੇ ਤੇ ਆਪਾਂ ਨੂੰ ਪਤਾ ਹੀ ਆ ਪਹਿਲਾਂ ਹੀ ਸੀ ਕਿ ਰਮਨ ਅਰੋੜਾ ਨੂੰ ਕੁਝ ਰਾਜ਼ ਜਿਹੜੇ ਆ ਉਹ ਵੱਡੀ ਫੈਮਿਲੀ ਦੇ ਪਤਾ ਨੇ ਤੇ ਹਮਰਾਜ਼ ਨੇ। ਹੁਣ ED ਦਾ ਯਤਨ ਮੈਂ ਤੁਹਾਨੂੰ ਕੱਲ ਵੀ ਮੋੜ ਕੋੜ ਪਾ ਕੇ ਉਹ ਗੱਲ ਦੱਸੀ ਸੀ ਕਿ ਚਾਹੇ ਅੰਕੁਰ ਗਰਗ ਆ ਚਾਹੇ ਬਜਾਜ ਆ, ਦੋਵਾਂ ਦੀਆਂ ਤਾਰਾਂ ਜੁੜਦੀਆਂ ਨੇ ਲੁਧਿਆਣੇ, ਦੋਵਾਂ ਦੀਆਂ ਤਾਰਾਂ ਲੁਧਿਆਣੇ ਜੁੜਦੀਆਂ ਇੱਕ ਬੰਦੇ ਨਾਲ, ਜਿਸ ਦੀਆਂ ਤਾਰਾਂ ਗਾਂ ਜੁੜਦੀਆਂ ਨੇ ਬਈ ਦਿੱਲੀ ਵਾਲਿਆਂ ਨਾਲ, ਜਾਂ ਕਹਿ ਲਓ ਕਿ ਵੱਡੇ ਦਫ਼ਤਰ ਹੈ ਆਪਣਾ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਦਫ਼ਤਰ ਉਹਦੇ ਨਾਲ, ਸਰਕਾਰ ਦਾ ਵੱਡਾ ਦਫ਼ਤਰ ਹੈ। ਹੁਣ ਯਤਨ ਤੇ ਇਹੋ ਆ ਕਿਉਂਕਿ ਜਿਹੜਾ ਬਜਾਜ ਆ, ਤੁਹਾਨੂੰ ਯਾਦ ਹੋਣਾ ਮੋਹਾਲੀ ਦੇ ਵਿੱਚ ਜਦੋਂ ਨੋਟ ਡਿੱਗੇ ਸਨ ਖਰੜ ਦੇ ਸੁਸਾਇਟੀ ਚੋਂ, ਤਾਂ ਉਸ ਦਿਨ ਵੀ ਇੱਕ ਫੋਟੋ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਕੋਨੇ 'ਚ ਖਲੋਤਾ ਸੀ ਨੋਟ ਜਿਹਦੇ ਫਲੈਟ 'ਚੋਂ ਡਿੱਗੇ ਸਨ ਉਹ ਵਾਲਾ ਤੇ ਇੱਕ ਬਜਾਜ, ਤੇ ਖਲੋਤੇ ਕਿਹਦੇ ਨਾਲ ਸਨ? ਮੁੱਖ ਮੰਤਰੀ ਦੇ ਖਾਸ ਅਹਿਲਕਾਰ ਨਾਲ। ਤਾਂ ਇਹ ਇਸ ਕਹਾਣੀ ਦਾ ਲੱਭੋ ਲੁਬਾਬ ਹੈ ਗੁਰਪ੍ਰੀਤ ਕਿ ਅਸਲ 'ਚ ਰਮਨ ਅਰੋੜਾ ਨੂੰ ਪੌੜੀ ਬਣਾ ਕੇ ED ਛੱਤ ਚੜ੍ਹਨਾ ਚਾਹੁੰਦੀ ਆ ਚੁਬਾਰੇ ਵਾਲੀ, ਸਿਖਰ ਚੁਬਾਰੇ ਵਾਲੀ। ਹੁਣ ਕੀ ਨਿਕਲਦਾ ਕੀ ਨਹੀਂ ਨਿਕਲਦਾ ਇਹ ਤੇ ਸਮਾਂ ਦੱਸੇਗਾ। ਕਿਉਂਕਿ ਹੁਣ ਸਮਾਂ ਆ ਗਿਆ, ਇਹ ਵਕਤ ਆ ਗਿਆ ਕਿ ਜਦੋਂ ਭਾਜਪਾ ਨੇ ਜਿਹੜਾ ਜ਼ੋਰ ਲਾਉਣਾ ਸਿਖਰ ਤੱਕ ਉਹ ਲਾ ਦੇ। ਤਾਂ ਇਹਨਾਂ ਨੇ ਰਜਿੰਦਰ ਗੁਪਤਾ ਲਈ ਸਿਖਰ ਦਾ ਜ਼ੋਰ ਲਾ ਲਿਆ, ਤੁਹਾਨੂੰ ਪਤਾ ਹੀ ਆ। ਜਿਵੇਂ ਰਜਿੰਦਰ ਗੁਪਤਾ ਦਾ ਕਾਰਖਾਨਾ ਬੰਦ ਕਰਾਉਣ ਲਈ ਇਹਨਾਂ ਨੋਟਿਸ ਦਰ ਨੋਟਿਸ ਮਤਲਬ ਕਿ ਜ਼ੋਰ ਲਾ ਲਿਆ, ਢਿੱਲ ਲਾ ਲਿਆ, ਤਦ ਫਿਰ ED ਨੇ ਵੀ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ। ਤਾਂ ਮੇਰੇ ਖਿਆਲ ਦੇ ਨਾਲ ਬਹੁਤ ਜਲਦੀ ਤੁਸੀਂ ਦੇਖਣਾ ਕਿ ਜਾਂ ਤਾਂ ਸਿਖਰ ਤੱਕ ਹੱਥ ਪਹੁੰਚ ਜਾਏਗਾ ਜਾਂ ਕੋਈ ਸੈਟਲਮੈਂਟ ਹੋ ਜਾਏਗੀ। ਪਰ ਫਿਲਹਾਲ ਕਾਂਬੇ ਜ਼ਰੂਰ ਛਿੜੇ ਹੋਏ ਨੇ ਗੁਰਪ੍ਰੀਤ, ਹੇਠਾਂ ਤੋਂ ਲੈ ਕੇ ਔਰ ਸਿਖਰ ਚੁਬਾਰੇ ਤੱਕ। ਬਿਲਕੁਲ।
ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਭਾਜਪਾ ਦੇ ਇੱਕ ਵੱਡੇ ਸਿੱਖ ਆਗੂ ਦੇ ਬਿਆਨ ਨੇ ਪਾਣੀ ਫੇਰ ਦਿੱਤਾ ਜੀ। ਕਿਸ ਤੇ ਪਾਣੀ ਫੇਰ ਦਿੱਤਾ ਤੇ ਕੌਣ ਹੈ ਇਹ ਸਿੱਖ ਆਗੂ? ਆਰਪੀ ਸਿੰਘ ਇਹ ਹੈਗੇ ਨੇ ਭਾਜਪਾ ਦੇ ਆਗੂ, ਜਿਹੜੇ ਰਾਸ਼ਟਰੀ ਸਿੱਖ ਸੰਗਤ ਚ ਹੁੰਦੇ ਸੀ, ਫਿਰ ਰਾਸ਼ਟਰੀ ਸਿੱਖ ਸੰਗਤ ਨੂੰ ਖਤਮ ਕਰ ਦਿੱਤਾ ਗਿਆ ਸੀਗਾ। ਰੁਲਦਾ ਸਿੰਘ ਜਿਹੜਾ ਸੀਗਾ ਕਿਸੇ ਟਾਈਮ ਦਾ ਬਹੁਤ ਵੱਡਾ ਲੀਡਰ RSS ਦੇ ਰਾਸ਼ਟਰੀ ਸਿੱਖ ਸੰਗਤ ਦਾ, ਉਹਦਾ ਕਤਲ ਜਿਹੜਾ ਹੈ ਉਹ ਬੜਾ ਵੱਡਾ ਵਿਸ਼ਾ ਬਣਿਆ ਸੀ। ਉਹ ਅੱਜ ਵੀ RSS ਨੂੰ ਭੁੱਲਦਾ ਨਹੀਂ ਹੈ। ਅੱਜ ਵੀ ਜਦੋਂ ਕਿਤੇ ਅਕਾਲੀ ਭਾਜਪਾ ਗੱਠਜੋੜ ਦੀ ਗੱਲ ਚੱਲਦੀ ਹੈ ਤਾਂ ਰੁਲਦਾ ਸਿੰਘ ਦਾ ਮਰਡਰ ਜਿਹੜਾ ਹੈ ਉਹ ਵਿਚਾਰਿਆ ਜਾਂਦਾ ਕਿ ਸਾਡੇ ਬੰਦੇ, ਚਾਹੇ ਜਗਦੀਸ਼ ਗਗਨੇਜਾ ਹੋਵੇ ਕਿ ਰੁਲਦਾ ਸਿੰਘ ਹੋਵੇ, ਉਹ ਮਾਰੇ ਗਏ ਨੇ, ਮਤ ਭੁੱਲੋ। ਤਾਂ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਜਿਹੜੇ ਆਰਪੀ ਸਿੰਘ ਆ, ਇਹ ਸਿੱਖ ਮਾਮਲਿਆਂ ਦੇ ਵਿੱਚ ਬੋਲਦੇ ਆ। HS ਫੂਲਕਾ ਦੇ ਨਾਲ ਇਹਨਾਂ ਦਾ ਡਾਢਾ ਯਾਰਾਨਾ ਹੈ। ਤਾਂ ਇਹਨਾਂ ਨੇ ਇੱਕ ਗੱਲ ਸਾਫ਼ ਕੀਤੀ ਹੈ ਕਿ ਭਾਈ ਕਿਸੇ ਨਾਲ ਕਿਸੇ ਪ੍ਰਕਾਰ ਦਾ ਕੋਈ ਸਮਝੌਤਾ ਨਹੀਂ, ਭਾਜਪਾ ਆਪਣੇ ਦਮ ਤੇ ਇਕੱਲਿਆਂ ਚੋਣ ਲੜੇਗੀ। ਤਾਂ ਸਾਫ਼ ਹੋ ਗਿਆ ਫਿਰ ਗੁਰਪ੍ਰੀਤ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਕਿਆਸ ਅਰਾਈਆਂ ਲੱਗ ਰਹੀਆਂ ਸਨ, ਕਿਆਫੇ ਲੱਗ ਰਹੇ ਸਨ ਕਿ ਜੀ ਹੋ ਸਕਦਾ ਹੈ ਕਿ ਗੱਠਜੋੜ ਹੋ ਜਾਵੇ। ਸ਼ਾਇਦ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਆ, ਪਰ ਅਸੀਂ ਵਾਰ-ਵਾਰ ਕਹਿ ਰਹੇ ਸੀਗੇ ਕਿ ਐਸੀ ਕੋਈ ਸੰਭਾਵਨਾ ਫਿਲਹਾਲ ਜਾਪਦੀ ਨਹੀਂ ਹੈ। ਨਾ ਕੋਈ ਗੱਲ ਔਨ ਦਾ ਰਿਕਾਰਡ ਹੋਈ ਹੈ, ਨਾ ਆਫ ਦੀ ਰਿਕਾਰਡ ਹੋਈ ਹੈ। ਇਹ ਮੇਰੀ ਜਾਣਕਾਰੀ ਜੋ ਮੈਂ ਆਪਦੇ ਲਿਹਾਜ਼ ਨਾਲ ਤੁਹਾਨੂੰ ਕੱਲ ਦੱਸਿਆ ਸੀਗਾ ਕਿ ਇਹ ਮੇਰੇ ਲਿਹਾਜ਼ ਨਾਲ ਜਾਣਕਾਰੀ ਆ। ਤਾਂ ਤੁਹਾਡੇ ਸਾਹਮਣੇ ਆਰਪੀ ਸਿੰਘ ਸਾਹਮਣੇ ਆਏ, ਉਹਨਾਂ ਨੇ ਕਿਹਾ ਕਿ ਗੱਲ ਹੀ ਕੋਈ ਨਹੀਂ ਹੈਗੀ, ਨਾ ਅਸੀਂ ਸਮਝੌਤਾ ਅੱਜ ਕਰੀਏ ਨਾ ਕੱਲ ਕਰੀਏ। ਤੇ ਉਧਰ ਤੁਸੀਂ ਦੇਖਿਆ ਹੋਣਾ ਹੈ ਕਿ ਅਮਿਤ ਸ਼ਾਹ ਨੇ ਵੀ ਇੱਕ ਬਿਆਨ ਦਿੱਤਾ। ਦਰਅਸਲ ਇਹ ਬਿਆਨ ਆਪੋ ਵਿੱਚ ਦੀ ਟਾਈਮਿੰਗ ਦਾ ਬੜਾ ਕਹਿ ਲਓ ਕਿ ਪ੍ਰਭਾਵ ਛੱਡਦੇ ਨੇ। ਜਿਵੇਂ ਅਮਿਤ ਸ਼ਾਹ ਨੇ ਇੱਕ ਬਿਆਨ ਦਿੱਤਾ ਹੈ ਕਿ ਜੋ ਦਮਦਮੀ ਟਕਸਾਲ ਦੇ ਵਿੱਚ ਆ ਕੇ ਭਾਜਪਾ ਦੇ ਇੱਕ ਮੰਤਰੀ ਨੇ ਬੋਲਿਆ, ਉਹ ਉਹਨਾਂ ਦੇ ਨਿੱਜੀ ਵਪਾਰ ਹੈਗੇ ਨੇ ਬਿਆਨ ਆ। ਹੁਣ ਉਹਦੇ ਚ ਸਾਫ਼ ਆ ਗੁਰਪ੍ਰੀਤ ਕਿ ਦਰਅਸਲ ਭਾਜਪਾ ਦੀ ਜਿਹੜੀ ਲੋਕਲ ਇਕਾਈ ਸੀ ਉਹ ਇੱਕ ਦੋ ਚੀਜ਼ਾਂ ਤੋਂ ਔਖੀ ਸੀ। ਇੱਕ ਤੇ ਜਿਹੜੇ ਇਹਨਾਂ ਦੇ ਮੰਤਰੀ ਦੇ ਬਿਆਨ ਸੀ, ਉਹ ਵਾਲਾ ਮਾਮਲਾ ਭਾਜਪਾ ਲਈ, ਪੰਜਾਬ ਦੀ ਭਾਜਪਾ ਲਈ ਖਾਸ ਤੌਰ ਤੇ ਡਾਢਾ ਔਖਾ ਹੋ ਗਿਆ। ਸੈਕੰਡ ਚੀਜ਼ ਗੁਰਪ੍ਰੀਤ ਇਹ ਸੀਗੀ ਜਿਹੜੀ ਬੜੀ ਇੰਟਰਸਟਿੰਗ ਸੀ ਕਿ ਜਦੋਂ ਇਹ ਗੱਠਜੋੜ ਦੀਆਂ ਖਬਰਾਂ ਚੱਲੀਆਂ ਤੇ ਜਿਹੜੇ ਟਕਸਾਲੀ ਭਾਜਪਾਈ ਆ ਜਾਂ ਜਿਹੜੇ ਗੱਠਜੋੜ ਦਾ ਵਿਰੋਧ ਕਰਦੇ ਨੇ ਗੁਰਪ੍ਰੀਤ, ਭਾਜਪਾ ਦੇ ਵਿੱਚ ਵੀ ਹੈਗਾ ਨਾ ਜੀ, ਉਹ ਗੱਠਜੋੜ ਦਾ ਕਰਦਾ ਹੈ। ਤਾਂ ਉਹ ਜਿਹੜਾ ਧੜਾ ਹੈ, ਉਸ ਧੜੇ ਨੇ ਵੀ ਕਿਤੇ ਨਾ ਕਿਤੇ ਸਵਾਲ ਚੁੱਕੇ ਕਿ ਬਈ ਅਸੀਂ ਤੇ ਤਿਆਰੀ ਕਰ ਰਹੇ ਹਾਂ ਜਾਂ ਇਹ ਦੁਬਦਾ ਵਾਲਾ ਕੰਮ ਹੈ ਸਾਡੇ ਵਾਸਤੇ, ਤੇ ਸਾਫ਼ ਕਰੋ ਜੀ ਚੀਜ਼ਾਂ। ਤਾਂ ਅੰਤ ਦੇ ਵਿੱਚ ਮੇਰੇ ਖਿਆਲ ਦੇ ਨਾਲ ਹੁਣ ਇਸੇ ਕਰਕੇ ਅਮਿਤ ਸ਼ਾਹ ਨੇ ਇੱਕ ਤਾਂ ਉਸ ਬਿਆਨ ਨੂੰ ਬਿਲਕੁਲ ਨਿੱਜੀ ਕਰਾਰ ਦਿੱਤਾ, ਨਿੱਜੀ ਕਪੈਸਿਟੀ 'ਚ ਬਿਆਨ ਦਿੱਤਾ ਗਿਆ। ਦੂਜੇ ਪਾਸੇ ਜੇ ਆਪਾਂ ਵੇਖੀਏ ਤਾਂ ਜਿਹੜਾ ਹੁਣ ਇਹਨਾਂ ਨੇ ਕਲੀਅਰ ਕੀਤਾ ਕਿ ਗੱਠਜੋੜ ਨਹੀਂ ਹੋਏਗਾ, ਬਈ ਉਹ ਗੱਠਜੋੜ ਜਿਹੜਾ ਹੈ ਉਹ ਸ਼ਾਇਦ ਜਿਹੜਾ ਦਵੰਦ ਬਣ ਗਿਆ ਸੀ ਉਹਦੇ ਤੇ ਵੀ ਕਲੈਰਿਟੀ ਹੋ ਗਈ ਆ। ਪਰ ਕਲੈਰਿਟੀ ਤਾਂ ਹੋ ਗਈ, ਇੱਧਰ ਤੂਫਾਨ ਮੇਰੀ ਵੀ ਪੰਜਾਬ ਦੇ ਵਿੱਚ ਠਾਠਾ ਹੀ ਚੱਲਣ ਰਹੀ ਹੈ ਗੁਰਪ੍ਰੀਤ, ਜਿਵੇਂ ਠਾਠਾ ਅੱਜ ਕੱਲ ਬਿਆਨ ਚੱਲ ਰਿਹਾ ਹੈ। ਬਿਲਕੁਲ। ਇਸ ਤੋਂ ਅੱਗੇ ਆਪਾਂ ਜੇਕਰ ਵਧੀਏ ਤਾਂ ਉਧਰ ਪੰਜਾਬ ਦੇ ਵਿੱਚ ਦੋ ਹੋਰ ਮੇਅਰ ਬਣਾ ਲਏ ਆਮ ਆਦਮੀ ਪਾਰਟੀ ਨੇ ਆਪਣੇ। ਡੈਫੀਨਿਟਲੀ ਉਹ ਬਣ ਜਾਣੇ ਸੀਗੇ ਜੀ। ਦੇਖੋ ਗੱਲ ਇਹ ਆ ਕਿ ਇੱਕ ਤੇ ਜਿਹੜੇ ਮਹਿਤਾ ਸਾਹਿਬ ਦੇ ਸੁਪੁੱਤਰ ਆ ਪਦਮਜੀਤ ਮਹਿਤਾ, ਉਹ ਬਣ ਗਏ ਕਿਉਂਕਿ ਇੱਥੇ ਵਨ ਸਾਈਡਡ ਜਿੱਤ ਜਿਹੜੀ ਆ ਉਹ ਦਰਜ ਕੀਤੀ ਸੀਗੀ ਆਮ ਆਦਮੀ ਪਾਰਟੀ ਨੇ, ਬਿਲਕੁਲ ਵਨ ਸਾਈਡਡ ਸੀ। ਪਰ ਕਿਸੇ ਵੇਲੇ ਤੁਹਾਨੂੰ ਯਾਦ ਹੋਣਾ ਕਿ ਜਦੋਂ ਪਦਮਜੀਤ ਪਹਿਲੀ ਵਾਰੀ ਮੇਅਰ ਬਣੇ, ਇਹਨਾਂ ਦੇ ਕੋਲ ਗਿਣਤੀ ਦੇ 1 ਕਿ 2 ਕਾਉਂਸਲਰ ਸੀ, ਹਿਸਾਬ ਲਾ ਲਓ। ਇਹਨਾਂ ਨੇ ਕਾਂਗਰਸ ਦੇ ਤੋੜੇ, ਅਕਾਲੀਆਂ ਦੇ ਤੋੜੇ, ਆਜ਼ਾਦ ਜੋੜੇ, ਏਦਾਂ ਇਹ ਕੁਰਸੀ ਤੇ ਬੈਠ ਗਏ। ਫਿਰ ਇਹਨਾਂ ਨੇ, ਕਿਉਂਕਿ ਮਹਿਤਾ ਸਾਹਿਬ ਦੀ ਪੋਲਿਟਿਕਸ ਜਿਹੜੀ ਹੈ ਤੁਹਾਨੂੰ ਪਤਾ ਹੀ ਹੈ, ਵਪਾਰੀ ਸਨ, ਵਪਾਰ ਕਰਦੇ ਕਰਦੇ ਸਿਆਸਤ ਕਰਨ ਲੱਗੇ। ਅੱਜ PCA 'ਚ ਬੈਠੇ ਆ, ਮੁੰਡਾ ਉਹਨਾਂ ਦਾ ਜਿਹੜਾ ਹੈ ਉਹ ਸੈਕੰਡ ਟਾਈਮ ਹੋ ਗਿਆ ਮੇਅਰ। ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ ਕਿ ਤੁਹਾਨੂੰ ਯਾਦ ਹੋਣਾ, ਜਿਹੜੇ ਇੱਥੋਂ ਦੇ ਵਿਧਾਇਕ ਨੇ, ਸਥਾਨਕ ਵਿਧਾਇਕ ਨੇ, ਜਗਰੂਪ ਗਿੱਲ ਹੋਰਾਂ ਨੇ ਦੋਸ਼ ਲਾਇਆ ਸੀਗਾ ਕਿ ਸਾਡੇ ਧੜੇ ਨੂੰ ਇਹਨਾਂ ਨੇ ਬਿਲਕੁਲ ਅਣਗੌਲਿਆਂ ਕਰ ਦਿੱਤਾ, ਨਜ਼ਰ ਅੰਦਾਜ਼ ਕਰ ਦਿੱਤਾ, ਕਿ ਸਾਡੀਆਂ ਜਿੰਨੀਆਂ ਅਰਜ਼ੀਆਂ ਸੀ ਉਹ ਇਹਨਾਂ ਨੇ ਰੱਦ ਕਰ ਮਾਰੀਆਂ ਨੇ। ਤੇ ਮਸਲਾ ਜਿਹੜਾ ਹੈ ਬਈ ਉਹ ਇਹ ਆ ਕਿ ਇਹ ਟਿਕਟਾਂ ਲੈ ਕੇ ਆਪਣੇ ਬੰਦਿਆਂ ਨੂੰ ਟਿਕਟਾਂ ਦਵਾ ਕੇ ਬਹਿ ਗਏ, ਅਸੀਂ ਰਹਿ ਗਏ ਭਾ ਪੁੱਛਦੇ, ਮੌਜਾਂ ਲੁੱਟ ਗਏ ਮੁਰੱਬਿਆਂ ਵਾਲੇ। ਤਾਂ ਫਿਲਹਾਲ ਜਿੱਦਾਂ ਕਹਿ ਲਈਏ ਕਿ ਇਹਨਾਂ ਨੇ ਆਪਣੀਆਂ ਗੋਟੀਆਂ ਸੈੱਟ ਕਰ ਲਈਆਂ, ਤੇ ਗੋਟੀਆਂ ਜਿਹੜੀਆਂ
ਉਹ ਸੈੱਟ ਲਗਭਗ ਹੋ ਹੀ ਗਈਆਂ ਸਨ ਗੁਰਪ੍ਰੀਤ, ਇਹ ਸਾਫ਼ ਹੈ, ਸਪਸ਼ਟ ਹੈ ਪਹਿਲਾਂ ਹੀ। ਤੋ ਇਹਨਾਂ ਨੂੰ ਵਧਾਈ। ਵੈਸੇ ਇਹਨਾਂ ਦੀ ਟੀਮ ਅੱਛੀ ਹੈ, ਮੈਂ ਹਮੇਸ਼ਾ ਦੇਖੋ ਫਿਰਾਕ ਦਿਲੀ ਨਾਲ ਕਹਿਣਾ, ਮੇਰਾ ਇਹੋ ਜਿਹਾ ਦਿਲ ਹੀ ਹੈ ਨਹੀਂਗਾ ਕਿ ਮੈਂ ਕਿਸੇ ਨਾਲ ਨਿੱਜੀ ਕਿੜ ਰੱਖਾਂ, ਨਾ ਹੀ ਮੇਰਾ ਸਿਧਾਂਤ ਹੈ, ਨਾ ਹੀ ਮੇਰੀ ਵਿਚਾਰਧਾਰਾ ਹੈ ਕਿ ਕਿਸੇ ਪਾਰਟੀ ਵਿਸ਼ੇਸ਼ ਨਾਲ ਮੈਂ ਕੋਈ ਕਿੜ ਰੱਖਾਂ, ਤੇ ਨਾ ਹੀ ਮੇਰਾ ਪੇਸ਼ਾ ਮੈਨੂੰ ਇਹ ਇਜਾਜ਼ਤ ਦਿੰਦਾ ਹੈ। ਤਾਂ ਦੇਖੋ ਇਹ ਅੱਛਾ ਕੰਮ ਕਰਦੇ ਨੇ, ਖਾਮੀਆਂ ਹੁੰਦੀਆਂ ਨੇ, ਪਰ ਆਮ ਬੰਦਿਆਂ ਨਾਲੋਂ ਇਹਨਾਂ ਦੀ ਟੀਮ ਯੰਗ ਟੀਮ ਹੈ, ਯੰਗ ਬਲੱਡ ਹੈ, ਅੱਛਾ ਕੰਮ ਕਰਦੇ ਆਮ ਨਾਲੋਂ। ਅੱਜ ਇੱਕ ਪਾਸੇ ਇਹ ਸੀ, ਅੱਛਾ ਇਹਦੇ ਚ ਚਲੋ ਅੱਗੇ ਕੀ ਆ ਮੇਰੇ ਦ੍ਰਿਸ਼ਟੀਗੋਚਰ, ਉਹ ਮੈਂ ਦੱਸਦਾ ਕਿ ਬਰਨਾਲਾ ਦੇ ਵਿੱਚ ਵੀ ਮੇਅਰ ਆਮ ਆਦਮੀ ਪਾਰਟੀ ਨੇ ਬਣਾ ਲਿਆ। ਉੱਥੇ ਤੁਹਾਨੂੰ ਪਤਾ ਹੈ ਮੀਤ ਹੇਅਰ ਬਹੁਤ ਤਗੜੀ ਵਾਪਸੀ ਕੀਤੀ, ਕਿਉਂਕਿ ਯਾਦ ਹੋਣਾ ਤੁਹਾਨੂੰ ਇਹ ਇਲੈਕਸ਼ਨ ਹਾਰ ਗਏ ਸਨ, ਜ਼ਿਮਨੀ ਇਲੈਕਸ਼ਨ ਹਾਰ ਗਏ ਸੀਗੇ ਉੱਥੇ ਦਾ ਬਰਨਾਲੇ ਦਾ। ਤਾਂ ਇਹਨਾਂ ਨੇ ਵਾਪਸੀ ਕੀਤੀ, ਹਾਲਾਂਕਿ ਇਹਨਾਂ ਤੇ ਕਥਿਤ ਤੌਰ ਤੇ ਕਈ ਦੋਸ਼ ਲੱਗੇ ਉੱਥੇ ਬਰਨਾਲੇ ਦੇ ਵਿੱਚ, ਤੁਹਾਨੂੰ ਯਾਦ ਹੋਣਾ ਬਾਠ ਨੇ ਵੀ ਲਾਇਆ, ਕਾਂਗਰਸੀਆਂ ਨੇ ਵੀ ਲਾਇਆ। ਤਾਂ ਖੈਰ ਜੋ ਜਿੱਤ ਹੈ ਸੋ ਜਿੱਤ ਹੈ। ਇਹਨਾਂ ਨੇ ਆਪਣਾ ਜਿਹੜਾ ਕਰੀਬੀ ਹਾਸਨ ਉਸਨੂੰ ਮੇਅਰ ਬਣਾ ਦਿੱਤਾ। ਹਾਸਨ ਕਹਿ ਲਓ ਕਿ ਜਿੱਤ ਹਾਸਲ ਨਹੀਂ ਸੀ ਕਰ ਸਕਿਆ, ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦਾ ਧੜਾ ਜਿਹੜਾ ਹੈ ਉਹ ਚਾਹੁੰਦਾ ਸੀਗਾ ਬਾਈ ਇਲੈਕਸ਼ਨ ਜਿਹੜਾ ਹੈ ਉਹ ਹਾਸਨ ਜਿੱਤ ਜਾਵੇ ਟਿਕਟ ਹਾਸਲ ਕਰਕੇ, ਪਰ ਉਹ ਸੁਪਨਾ ਪੂਰਾ ਨਹੀਂ ਸੀ ਹੋਇਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਮੀਤ ਹੇਅਰ ਨੇ ਆਪਦਾ ਝੰਡਾ ਉੱਥੇ ਫਿਰ ਚਲਾ ਦਿੱਤਾ, ਉਹਨਾਂ ਨੂੰ ਦਿੱਲੀ ਦੀ ਪੋਲਿਟਿਕਸ 'ਚ ਭੇਜਿਆ ਗਿਆ। ਫਿਰ ਉਹ PCA ਦੇ ਵਿੱਚ ਵਾਪਸੀ ਕਰਦੇ ਆ ਬਤੌਰ ਸੈਕਟਰੀ। ਅੱਜ ਉਹਨਾਂ ਦੀ ਦਮਦਾਰ ਹਾਜ਼ਰੀ ਹੋ ਗਈ ਕਿ ਉਹਨਾਂ ਦਾ ਮੇਅਰ ਬਰਨਾਲੇ ਬਣ ਗਿਆ। ਤਾਂ ਇਹਦਾ ਮਤਲਬ ਮੇਰਾ ਜੋ ਮਨ ਕਹਿੰਦਾ ਹੈ ਕਿ 2027 ਚ ਡੈਫੀਨੇਟਲੀ ਜਿਹੜੇ ਮੀਤ ਹੇਅਰ ਆ ਉਹ ਵਾਪਸ ਬਰਨਾਲੇ ਦੀ ਲੋਕਲ ਰਾਜਨੀਤੀ ਚ ਪਰਤ ਆਉਣਗੇ। ਪਰ ਇਸ ਦੇ ਨਾਲ ਜਿਹੜੀਆਂ ਗੱਲਾਂ ਦੋ ਵੇਖਣ ਵਾਲੀਆਂ, ਹਾਸਨ ਜਿਹੜਾ ਮੀਤ ਹੇਅਰ ਦਾ ਕਰੀਬੀ ਹੈ, ਕੋਈ ਤਾਂ ਵੈਸੇ ਤੁਹਾਨੂੰ ਯਾਦ ਹੋਣਾ ਜਿਹਨੂੰ ਟਿਕਟ ਮਿਲੀ ਸੀ ਉਹ ਵੀ ਮੀਤ ਹੇਅਰ ਦਾ ਕਰੀਬੀ ਸੀ, ਜਿਹਨੇ ਬਾਈ ਇਲੈਕਸ਼ਨ ਲੜਿਆ ਸੀਗਾ, ਹੈ ਨਾ, ਯਾਦ ਹੋਣਾ। ਇਹ ਤਾਂ ਬਹੁਤ ਹੀ ਕਰੀਬੀ ਆ ਹਾਸਨ। ਤੇ ਦੂਜੇ ਪਾਸੇ ਜਿਹੜਾ ਮੇਅਰ ਬਠਿੰਡੇ ਵਾਲੇ ਜਿੱਦਾਂ ਆਪਾਂ ਜ਼ਿਕਰ ਕੀਤਾ ਹੈ, ਤੇ ਉਹ ਤਾਂ ਹੈ ਹੀ ਮਹਿਤਾ ਸਾਹਿਬ ਦਾ ਮੁੰਡਾ। ਯਾਨੀ ਜੇ ਆਪਾਂ ਵੇਖੀਏ ਮੋਹਾਲੀ ਦੇ, ਹਾਂ ਮੋਹਾਲੀ ਦੇ ਵਿੱਚ ਵੀ ਤਾਂ ਮੇਅਰ ਕੁਲਵੰਤ ਸਿੰਘ ਜੀ ਮੋਹਾਲੀ ਵਾਲੇ ਜਿਹੜੇ ਉਹਨਾਂ ਦੇ ਬੇਟੇ ਬਣੇ ਆ ਨਾ। ਤਾਂ ਪਰਿਵਾਰਵਾਦ, ਜਿਸ ਪਰਿਵਾਰਵਾਦ ਨੂੰ ਆਮ ਆਦਮੀ ਪਾਰਟੀ ਨਿੰਦਦੀ ਸੀਗੀ, ਤਾਂ ਉਹ ਪਰਿਵਾਰਵਾਦ ਹੁਸ਼ਿਆਰਪੁਰ ਤੋਂ ਲੈ ਕੇ ਬਠਿੰਡੇ ਤੱਕ ਦਿਖਾਈ ਦੇ ਰਿਹਾ ਨਾ। ਡਾਕਟਰ ਚੱਬੇਵਾਲ ਉਹਨਾਂ ਦੇ ਬੇਟੇ MLA ਬਣਾ ਦਿੱਤੇ ਗਏ ਜਿਹੜੇ ਕੋ ਕਾਂਗਰਸੀ ਹੈ। ਤਾਂ ਖੈਰ ਇਹ ਜ਼ਰੂਰ ਗੱਲ ਵੇਖਣ ਵਾਲੀ ਹੈ ਕਿ ਚਲੋ ਯੰਗ ਬਲੱਡ ਅੱਗੇ ਵੀ ਆ ਰਿਹਾ, ਆਮ ਆਦਮੀ ਪਾਰਟੀ ਲਿਆ ਰਹੀ ਹੈ, ਮੌਕਾ ਦੇ ਰਹੀ ਆ। ਚਾਹੇ ਬਠਿੰਡੇ ਦਾ ਮੇਅਰ ਹੋਵੇ, ਚਾਹੇ ਮੋਗੇ ਦਾ ਮੇਅਰ ਹੋਵੇ, ਚਾਹੇ ਅੱਜ ਮੋਗੇ ਦਾ ਵੀ ਦੌਧਰੀਆ ਬਣੇ ਨਾ ਬੀਬੀ ਦੌਧਰੀਆ, ਤੇ ਚਾਹੇ ਜੇ ਤੁਸੀਂ ਵੇਖੋ ਕਿ ਯੰਗ ਬਲੱਡ ਅੱਗੇ ਤੇ ਆ ਰਿਹਾ ਹੈ। ਪਰ ਪਰਿਵਾਰਵਾਦ ਜਿਸ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਕੋਸਿਆ ਨਿੰਦਿਆ, ਉਹ ਪਰਿਵਾਰਵਾਦ ਜ਼ਰੂਰ ਦਿਖਾਈ ਦਿੰਦਾ ਹੈ ਗੁਰਜੀਤ। ਬਿਲਕੁਲ ਜਾਂ ਪਰ ਅੱਗੇ ਤਾਂ ਆ ਰਿਹਾ ਜੰਗ ਬਲੱਡ, ਬਿਲਕੁਲ ਤੁਸੀਂ ਠੀਕ ਆਖਿਆ, ਪਰ ਮੈਰਿਟ ਤੇ ਨਹੀਂ ਆ ਰਿਹਾ ਜਿੱਦਾਂ ਅੱਗੇ ਹੁੰਦਾ ਸੀ ਨਾ। ਸਟੂਡੈਂਟ ਪੋਲਿਟਿਕਸ ਚੋਂ ਛਣ ਕੇ ਨਿਕਲਦੇ ਸੀ ਬੰਦੇ ਵੀ, ਭਾਈ ਹਾਂ ਆਹ ਬੰਦੇ ਦੇ ਵਿੱਚ ਕੋਈ ਕਣ ਹੈ ਪੋਲਿਟਿਕਸ ਵਾਲਾ, ਲੀਡਰਸ਼ਿਪ ਵਾਲਾ, ਅੱਗੇ ਲੱਗ ਕੇ ਗੱਲ ਕਰਨ ਵਾਲਾ। ਉਹ ਅੱਜ ਕੱਲ ਕੁਆਲਿਟੀ ਹੋਵੇ ਨਾ ਹੋਵੇ, ਬਸ ਸਭ ਤੋਂ ਵੱਡਾ ਗੁਣ ਇਹ ਹੋਣਾ ਚਾਹੀਦਾ ਵੀ ਤੁਸੀਂ ਕਿਸੇ ਲੀਡਰ ਦੇ ਪੁੱਤ ਪੋਤੇ ਜ਼ਰੂਰ ਹੋਵੋ। ਖੈਰ ਇਸ ਤੋਂ ਅੱਗੇ ਵਧੀਏ ਤਾਂ ਰਤਨ ਵਾਲੇ ਮਾਮਲੇ ਦੀ ਗੱਲ ਕਰਦੇ ਹਾਂ। ਪੱਤਰਕਾਰ ਰਤਨਦੀਪ ਧਾਲੀਵਾਲ ਦੇ ਮਾਮਲੇ ਦੇ ਵਿੱਚ ਕੱਲ ਅਦਾਲਤ 'ਚ ਸੁਣਵਾਈ ਹੋਈ ਤੇ ਉੱਥੋਂ ਜੋ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਮੈਂ ਕੁਝ ਕੁ ਬਹੁਤ ਜ਼ਿਆਦਾ ਖਬਰਾਂ ਦੇ ਵਿੱਚ ਜਾਂ ਫਿਰ ਪੋਸਟਰ ਬਣੇ ਹੋਏ ਦੇਖ ਰਿਹਾ। ਚੰਗਾ ਭੰਡੀ ਕੀਤੀ ਜਾ ਰਹੀ ਹੈ ਰਤਨ ਹੋਣਾ ਦੀ। ਬਿਲਕੁਲ ਕਿ ਰਤਨਦੀਪ ਧਾਲੀਵਾਲ ਵਨ ਸਾਈਡਡ ਪੱਤਰਕਾਰੀ ਕਰਦਾ ਤੇ ਸੁਤੰਤਰ ਪੱਤਰਕਾਰਤਾ ਨਹੀਂ ਹੈ ਕਿ ਤੁਸੀਂ ਇੱਕ ਧਿਰ ਨੂੰ ਨਿਸ਼ਾਨੇ ਤੇ ਲਓ, ਐਸਾ ਅਦਾਲਤ ਨੇ ਕਿਹਾ। ਬਿਲਕੁਲ ਸਹੀ ਹੈ ਜੀ, ਸਹੀ ਹੈ, ਇਹਦੇ ਚ ਕੋਈ ਸ਼ੱਕ ਨਹੀਂ। ਪਰ ਇੱਕ ਸੱਚ ਹੈ, ਉਹ ਜਿਵੇਂ ਮਨਮੋਹਨ ਵਾਰਸ ਦਾ ਗੀਤ ਹੈ ਨਾ, ਅਜੇ ਸੱਚ ਨਹੀਂ ਦੱਸਦੀ ਕਿੰਨਾ ਯਾਦ ਆ ਰਿਹਾ ਹਾਂ ਮੈਂ। ਭਮੱਕੜ ਬਹੁਤ ਖੁਸ਼ ਹੋਏ ਆ। ਇਹ ਜਦੋਂ ਖੁਸ਼ ਹੁੰਦੇ ਆ ਸਾਨੂੰ ਵੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਚਲੋ ਇਸ ਬਹਾਨੇ ਯਾਦ ਤਾਂ ਕਰਦੀ ਹੋਵੇਗੀ, ਗਾਣਾ ਸੀਗਾ ਨਾ ਜੀ, ਕਿ ਸਾਡੇ ਬਹਾਨੇ ਖੁਸ਼ ਹੋ ਜਾਂਦੇ ਆ। ਠੀਕ ਹੈ, ਇਹ ਬਿਲਕੁਲ ਸੱਚ ਹੈ। ਅਸਲ ਦੇ ਵਿੱਚ ਆਰਗੂਮੈਂਟ ਹੁੰਦੇ ਆ ਨਾ ਜਦੋਂ ਗੁਰਪ੍ਰੀਤ, ਤੋਂ ਬਹੁਤ ਮਾਇਨੇ ਰੱਖਦੇ ਆ। ਆਰਗੂਮੈਂਟ ਇਹ ਸੀਗਾ ਕਿ ਇਹਨਾਂ ਨੇ ਰਤਨਦੀਪ ਦੇ ਪੱਤਰਕਾਰ ਹੋਣ ਤੇ ਹੀ ਸਵਾਲ ਚੁੱਕੇ। ਤਾਂ ਜਿਹੜਾ ਕਾਊਂਟਰ ਸੀਗਾ ਡਿਫੈਂਸ ਦਾ, ਉਹਨਾਂ ਨੇ ਕਿਹਾ ਕਿ ਤੁਸੀਂ ਪੱਤਰਕਾਰ ਦੀ ਵਿਆਖਿਆ ਤੈਅ ਕਰ ਦਿਓ, ਕਿਉਂਕਿ ਪੱਤਰਕਾਰ ਮੰਨਣ ਤੋਂ ਹੀ ਇਨਕਾਰੀ ਸੀ ਗਵਰਨਮੈਂਟ ਜੀ ਰਤਨ। ਤਾਂ ਉਹ ਇਸੇ ਦਰਮਿਆਨ ਜਦੋਂ ਰੀਲ ਦੇਖੀ ਜੱਜ ਸਾਹਿਬ ਨੇ, ਤਾਂ ਉਹ ਰੀਲ ਦੇ ਆਧਾਰ ਤੇ ਕਹਿ ਦਿੱਤਾ, ਜਿਹੜਾ ਇੱਕ ਟੁਕੜਾ ਇਹਨਾਂ ਵੱਲੋਂ ਪੇਸ਼ ਕੀਤਾ ਗਿਆ ਕਿ ਜੀ ਇੱਕ ਸਾਡੀ ਧਿਰ ਨੂੰ ਨਿਸ਼ਾਨਾ ਬਣਾ ਰਿਹਾ। ਤਾਂ ਉਹਨਾਂ ਨੇ ਇੱਕ ਵਰਬਲੀ ਟਿੱਪਣੀ ਕੀਤੀ ਕਿ ਸੁਤੰਤਰ ਪੱਤਰਕਾਰ ਹੋਣ ਦਾ ਮਤਲਬ ਇਹ ਨਹੀਂ ਹੈ
ਕਿ ਤੁਸੀਂ ਕਿਸੇ ਇੱਕ ਧਿਰ ਤੇ ਨਿਸ਼ਾਨਾ ਰੱਖੀ ਰੱਖੋ। ਇਹ ਠੀਕ ਵੀ ਹੈ ਗੱਲ ਕਿ ਜੇ ਆਲ ਟਾਈਮ ਅਸੀਂ ਕਿਸੇ ਦੀ ਗੱਲ ਕਰਾਂਗੇ ਤਾਂ ਉਹ ਵੀ ਇੱਕ ਧਿਰ ਨਾਲ ਹੀ ਜੁੜਨ ਵਾਲੀ ਗੱਲ ਹੁੰਦੀ ਹੈ। ਮੈਂ ਅੰਨੇ ਆਲੋਚਕ ਜਾਂ ਮਿੱਥ ਕੇ ਕੀਤੇ ਆਲੋਚਕ ਨੂੰ ਵੀ ਕਿਸੇ ਦਾ ਭਗਤ ਮੰਨਦਾ ਕਿ ਜੇ ਕੋਈ ਮੇਰਾ ਕੱਲਾ ਮੋਦੀ ਵਿਰੋਧੀ ਹੈ ਤਾਂ ਸਮਝ ਲਓ ਕਿਸੇ ਦਾ ਵੀ ਭਗਤ ਹੈ, ਤਾਂ ਹੀ ਉਹ ਮੋਦੀ ਦਾ ਵਿਰੋਧੀ। ਜੇ ਕੱਲਾ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦਾ ਵਿਰੋਧੀ ਹੈ ਤੇ ਮੈਂ ਉਸਨੂੰ ਮੰਨਦਾ ਉਹ ਵੀ ਕਿਸੇ ਦਾ ਭਗਤ ਹੈ, ਜਾਂ ਕਿਸੇ ਦਾ ਨਹੀਂ ਵੀ ਭਗਤ, ਪਰ ਉਹ ਇੱਕ ਚੀਜ਼ ਦਾ ਲਕੀਰ ਦਾ ਫਕੀਰ ਜ਼ਰੂਰ ਹੈ ਕਿ ਉਸਨੇ ਵੀ ਕਹਿਣਾ ਹੀ ਕਹਿਣਾ ਜੋ ਮਰਜ਼ੀ ਹੋ। ਤਾਂ ਠੀਕ ਹੈ, ਉਹ ਐਥੀਕਲੀ ਉਹ ਆਪਾਂ ਕਹਿ ਲਈਏ ਕਿ ਦਰੁਸਤ ਹੈ, ਪਰ ਉੱਥੇ ਜੱਜ ਸਾਹਿਬ ਦੀ ਟਿੱਪਣੀ ਦਾ ਸੰਦਰਭ ਉਸ ਰੀਲ ਦੇ ਵਿੱਚ ਸੀ। ਇੱਕ ਵਰਬਲੀ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਮਤਲਬ ਕਿ ਸਾਰਿਆਂ ਲਈ ਗੱਲ ਕਰਨੀ ਚਾਹੀਦੀ। ਹੁਣ ਇਦੋਂ ਬਾਅਦ ਜੱਜ ਸਾਹਿਬ ਦੀ ਜਿਹੜੀ ਨੈਕਸਟ ਟਿੱਪਣੀ ਸੀ ਉਹ ਇਹਨਾਂ ਨੇ ਹਿਡਨ ਕਰਤੀ। ਉਹ ਟਿੱਪਣੀ ਸੀਗੀ ਕਿ ਲਾਅ ਤੋਂ ਉੱਤੇ ਕੋਈ ਨਹੀਂ ਹੈ। ਜਦੋਂ ਇਹ ਬੋਲਣ ਲੱਗੇ ਨਾ ਕਿ ਇਹ ਜੀ ਪੱਤਰਕਾਰ ਨਹੀਂ ਹੈਗਾ, ਫਲਾਂ ਨਹੀਂ ਢਮਕਾ ਨਹੀਂ, ਬੋਲ ਨਹੀਂ ਸਕਦੇ ਏਦਾਂ ਉਦਾਂ, ਕਿ ਇਹਦੇ ਤੋਂ ਉਹ ਵਰਕਾ ਪੁੱਛੋ ਜਿਹੜਾ ਇਹਨਾਂ ਨੇ ਕਿਤਾਬ ਦਾ ਕਿਹਾ ਸੀਗਾ ਕਿ ਭਗਵੰਤ ਮਾਨ ਦੀ ਕਿਤਾਬ ਦਾ ਇੱਕ ਵਰਕਾ ਮੇਰੇ ਕੋਲ ਪਹੁੰਚ ਗਿਆ, ਵਰਕਾ ਰਿਕਾਰਡ ਤੇ ਲਿਆਂਦਾ ਜਾਵੇ ਤੇ ਏਦਾਂ ਉਦਾਂ। ਤਾਂ ਕਾਊਂਟਰ ਸੀਗਾ ਕਿ ਉਹ ਇੱਕ ਮੁਹਾਵਰਾ ਇਸਤੇਮਾਲ ਕੀਤਾ ਗਿਆ ਸੀਗਾ, ਕੋਈ ਐਸੀ ਗੱਲ ਨਹੀਂ ਹੈ। ਤਾਂ ਜੱਜ ਸਾਹਿਬ ਨੇ ਇਹ ਵੀ ਕਿਹਾ ਕਿ ਲਾਅ ਦੇ ਉੱਤੇ ਨਾ ਪੁਲਿਸ ਹੈ, ਨਾ ਵਕੀਲ, ਨਾ ਸੰਸਥਾਵਾਂ ਤੁਹਾਡੀਆਂ ਅਦਾਰੇ ਵਗੈਰਾ ਜੋ ਹੈ, ਤੇ ਨਾ ਹੀ ਤੁਸੀਂ ਖੁਦ ਐਡਵੋਕੇਟ ਜਨਰਲ ਨੂੰ ਕਿਹਾ। ਇਹ ਵੀ ਟਿੱਪਣੀ ਦੱਸੋ ਨਾ, ਇਹ ਵੀ ਟਿੱਪਣੀ ਦੱਸੋ। ਤੇ ਬਾਕੀ ਆਰਗੂਮੈਂਟਸ ਹਾਲੇ ਖਤਮ ਨਹੀਂ ਹੋਏ ਗੁਰਪ੍ਰੀਤ, ਕਿਉਂਕਿ ਇਸ ਤੋਂ ਬਾਅਦ ਡਿਫੈਂਸ ਨੇ ਸੋਚੀ ਸਮਝੀ ਰਣਨੀਤੀ ਦੇ ਤਹਿਤ ਡੇਟ ਪਵਾ ਲਈ ਸੁਣਵਾਈ ਦੀ, ਜਿਹੜੀ ਸਰਕਾਰ ਸ਼ੁੱਕਰਵਾਰ ਤੇ ਮੰਗਦੀ ਸੀ, ਅੱਜ ਵਾਸਤੇ ਨਹੀਂ ਦਿੱਤੀ, ਤਾਂ ਹੁਣ ਮੰਗਲਵਾਰ ਤੇ ਪੈ ਗਈ। ਮੰਗਲਵਾਰ ਕੰਟੀਨਿਊ ਹੋਏਗਾ। ਇਹ ਫਸ ਗਏ ਨੇ ਹੁਣ, ਇਹਨਾਂ ਨੂੰ ਪੱਤਰਕਾਰ ਦੀ ਪਰਿਭਾਸ਼ਾ ਤੈਅ ਕਰਨੀ ਪਊਗੀ, ਔਰ ਵਨ ਸਾਈਡਡ ਪੱਤਰਕਾਰ ਹੈ ਕਿ ਨਹੀਂ ਉਹ ਸਿੱਧ ਕਰ ਦੇਣਾ ਇਹਨਾਂ ਨੇ, ਡਿਫੈਂਸ ਵਾਲਿਆਂ ਨੇ, ਕਿਉਂਕਿ ਕੋਈ ਪੱਤਰਕਾਰ ਵਨ ਸਾਈਡਡ ਚੱਲਦਾ ਹੀ ਨਹੀਂ। ਬਿਲਕੁਲ, ਕਦੇ ਨਾ ਕਦੇ ਉਹਨੇ ਕੰਮ ਕੀਤਾ ਹੀ ਹੁੰਦਾ। ਤਾਂ ਬਹੁਤ ਸਾਰੀਆਂ ਇੰਟਰਵਿਊਜ਼, ਭਗਵੰਤ ਮਾਨ ਨਾਲ ਇੰਟਰਵਿਊ ਉਹਦੀ ਆ, ਰਤਨ ਦੀ, ਰਾਜਾ ਵੜਿੰਗ ਨਾਲ ਉਹਦੀ ਆ, ਜਿਹੜੇ ਘੁੰਮਣ ਬ੍ਰਦਰਸ ਆ ਬੀਤੇ ਦਿਨੀ ਉਹ ਮੈਂ ਦੇਖ ਰਿਹਾ ਸੀ, ਬਹੁਤ ਵੱਡੇ ਵੱਡੇ ਲੀਡਰਾਂ ਨਾਲ ਸਾਰਿਆਂ ਨੂੰ ਸਵਾਲ ਕੀਤੇ ਹੋਏ ਨੇ। ਤਾਂ ਉਹ ਰੱਖ ਦੇਣਗੇ ਕਿ ਦੇਖੋ ਜੀ ਇਹਨਾਂ ਨੂੰ ਸਵਾਲ ਨਹੀਂ ਹੋਏ ਜੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸਾਰੀ ਟਾਈਮਲਾਈਨ ਜਿਹੜੀ ਉਹ ਬਣਾ ਕੇ ਲੈ ਜਾਣਗੇ, ਪਰ ਇਹਨਾਂ ਨੇ ਯਤਨ ਕੀਤਾ ਕਿ ਇਹ ਗੱਲ ਜਚਾ ਦਈਏ ਕਿ ਪੱਤਰਕਾਰ ਹੈ ਹੀ ਨਹੀਂ, ਤਾਂ ਕਿ ਕੱਲ ਨੂੰ ਵੀ ਕੋਈ ਵੀ ਆਵੇ, ਕੋਈ ਇਹੋ ਜਿਹੀ ਪਟੀਸ਼ਨ ਲੈ ਕੇ ਆਵੇ, ਮੰਨ ਲਓ ਤੁਸੀਂ ਲੈ ਕੇ ਆਓ ਜਾਂ ਮੈਂ, ਇਹ ਬੜਾ ਆਰਾਮ ਨਾਲ ਕਹਿ ਦੇਣ ਕਿ ਜੀ ਇਹਨਾਂ ਨੂੰ ਸੁਣਿਆ ਨਹੀਂ ਜਾਵੇ, ਪੱਤਰਕਾਰ ਹੈ ਨਹੀਂ। ਬੇਸਿਕਲੀ ਗੱਲ ਇਹ ਸੀ ਜੀ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਮਜੀਠੀਆ ਮਾਮਲੇ 'ਚ ਸਰਕਾਰ ਨੂੰ ਫਿਟਕਾਰ ਪਈ ਹੈ। ਦੇਖੋ ਗੱਲ ਇਹ ਆ ਕਿ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਇਹ ਵੀ ਵੱਡੀ ਖਬਰ ਆ ਗਈ ਆ ਕਿ 91 ਨੰਬਰ FIR ਮਾਮਲੇ ਦੇ ਵਿੱਚ ਸੁਣਵਾਈ ਹੋਈ ਆ। ਅਦਾਲਤ ਨੇ ਦੋਨਾਂ ਪੱਖਾਂ ਦੀਆਂ ਦਲੀਲਾਂ ਜਿਹੜੀਆਂ ਸੁਣ ਕੇ 15 ਜੂਨ ਦੀ ਤਰੀਕ ਤੈਅ ਕੀਤੀ ਹੈ। ਸੁਣਵਾਈ ਦੇ ਦੌਰਾਨ ਅਦਾਲਤ ਨੇ ਥਾਣਾ ਮਜੀਠਾ CCTV ਉਹਦੇ ਥਾਣੇ ਦੀ ਫੁਟੇਜ ਪੇਸ਼ ਨਾ ਕਰਨ ਤੇ ਪੁਲਿਸ ਨੂੰ ਚੰਗੀ ਫਟਕਾਰ ਲਾਈ ਹੈ, ਕਿਉਂਕਿ ਦੋਸ਼ ਹੈ ਕਿ ਮਜੀਠੀਆ ਤੇ ਉਹਦੇ 50 ਸਮਰਥਕਾਂ ਨੇ ਬਈ ਹੁੜਦੰਗ ਕੀਤਾ ਹੈ। ਤੇ ਜੋ ਡਿਫੈਂਸ ਦਾ ਪੱਖ ਹੈ ਉਸਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਮਾਮਲਾ ਰਾਜਨੀਤਿਕ ਪਿੱਠ ਭੂਮੀ ਨਾਲ ਜੁੜਿਆ ਤੇ ਪੰਚਾਇਤ ਇਲੈਕਸ਼ਨ ਤੋਂ ਬਾਅਦ ਹੋਏ ਵਿਵਾਦ ਦੇ ਕਾਰਨ ਦਰਜ ਕੀਤਾ ਗਿਆ ਹੈ। ਨਾਲ ਵਕੀਲ ਨੇ ਕਿਹਾ ਕਿ ਮਜੀਠੀਆ ਤੇ ਕੁਝ ਹੋਰ ਅਕਾਲੀ ਨੇਤਾ ਕੇਵਲ ਇੱਕ ਵਿਅਕਤੀ ਦੀ ਗ੍ਰਿਫਤਾਰੀ ਦੇ ਸਬੰਧ ਦੇ ਵਿੱਚ ਜਾਣਕਾਰੀ ਲੈਣ ਵਾਸਤੇ ਥਾਣੇ ਪਹੁੰਚੇ ਸਨ। ਉਹਨਾਂ ਨੂੰ ਪੁਲਿਸ ਤੋਂ ਗ੍ਰਿਫਤਾਰ ਕੀਤੇ ਬੰਦੇ ਦੀ ਜਿਹੜੀ ਸੰਬੰਧਿਤ ਅਰੈਸਟ ਸੀ ਉਹਦੇ ਦਸਤਾਵੇਜ਼ ਦੀ ਮੰਗ ਕੀਤੀ ਗਈ ਸੀ। ਤਾਂ ਮਤਲਬ ਕਿ ਜਿਹੜਾ ਹੁਣ ਹੈਗਾ ਸਰਕਾਰੀ ਪੱਖ, ਉਹ ਕਹਿੰਦਾ ਹੈ ਕਿ ਪੁਲਿਸ ਨੇ ਸੋਸ਼ਲ ਮੀਡੀਆ ਵੀਡੀਓ ਤੇ ਹੋਰ ਸਾਰੀਆਂ ਤਥਾਤਮਕ ਚੀਜ਼ਾਂ ਦਾ ਹਵਾਲਾ ਦਿੱਤਾ ਹੈ, ਲੇਕਿਨ ਜਦੋਂ ਅਦਾਲਤ ਨੇ CCTV ਫੁਟੇਜ ਬਾਰੇ ਕਿਹਾ ਤਾਂ ਵਕੀਲ ਸਾਹਿਬ ਸਪਸ਼ਟ ਜਵਾਬ ਨਾ ਦੇ ਸਕੇ। ਤੇ ਬਈ ਇਹਦੇ ਤੇ ਦੋਸ਼ ਲੱਗਾ ਕਿ ਪ੍ਰਾਪਤ ਤੱਥ ਨਾ ਹੋਣ ਦੇ ਬਾਵਜੂਦ ਮਾਮਲੇ ਨੂੰ ਅੱਗੇ ਵਧਾਇਆ ਜਾ ਰਿਹਾ। ਇਹ ਪੂਰਾ ਪ੍ਰਕਰਨ ਜਿਹੜਾ ਰਾਜਨੀਤੀ ਤੋਂ ਪ੍ਰੇਰਿਤ ਹੈ, ਐਸਾ ਮਜੀਠੀਏ ਦੇ ਵਕੀਲਾਂ ਨੇ ਵੀ ਕਿਹਾ। ਯਾਨੀ ਕੁੱਲ ਮਿਲਾ ਕੇ ਕਹਿ ਸਕਦੇ ਕਿ CCTV ਤੇ ਨਾਲ ਹੀ ਨਹੀਂ ਲੈ ਕੇ ਗਏ। ਹੁਣ ਥਾਣੇ ਦੀ CCTV ਉਹ ਤੇ ਲੈ ਕੇ ਜਾਓ ਨਾ, ਹੁਣ ਮੰਗ ਲਈ ਆ 15 ਤਰੀਕ ਫਿਰ ਤੈਅ ਕਰ ਦਿੱਤੀ ਆ। ਇਸ ਮਾਮਲੇ ਦੇ ਵਿੱਚ ਵੀ ਦਿਲਚਸਪ ਹੋਏਗਾ ਦੇਖਣਾ ਕਿ ਇਹ ਮਾਮਲਾ ਖੜਾ ਰਹਿੰਦਾ ਜਾਂ ਡਿੱਗਦਾ ਹੈ ਜੀ। ਬਿਲਕੁਲ। ਇਸ ਤੋਂ ਅੱਗੇ ਚੱਲੀਏ ਤਾਂ ਉਧਰ ਰਾਮ ਮੰਦਿਰ ਦੇ ਵਿੱਚ ਕਹਿੰਦੇ ਕਰੋੜਾਂ ਦੀ ਚੋਰੀ ਹੋ ਰਹੀ ਹੈ, ਜਿਹੜਾ ਚੜਾਵਾ ਚੜਦਾ।
ਬਿਲਕੁਲ ਗੁਰਪ੍ਰੀਤ, ਇਹ ਬੜੀ ਵੱਡੀ ਖਬਰ ਹੈ। ਵੈਸੇ ਤੇ ਰਾਮ ਮੰਦਿਰ ਦੇ ਮਾਮਲੇ 'ਚ ਕਿੰਨੇ ਵਿਵਾਦ ਆਏ ਸੀ, ਤੁਹਾਨੂੰ ਯਾਦ ਹੋਣਾ ਹੈ। ਚੰਪਤ ਰਾਏ ਤੇ ਪਹਿਲਾਂ ਹੀ ਸਵਾਲ ਉੱਠੇ, ਬਹੁਤ ਗੱਲਾਂ ਹੋਈਆਂ, ਕਿਸ ਤਰ੍ਹਾਂ ਅਡਾਨੀ ਹੋਰਾਂ ਨੇ, ਕਿਸ ਤਰ੍ਹਾਂ ਵੱਡੇ ਵੱਡੇ ਫਿਲਮ ਸਟਾਰਾਂ ਨੇ ਜਾ ਕੇ ਉੱਥੇ ਪ੍ਰਾਪਰਟੀ ਖਰੀਦੀ ਆ। ਆਪਾਂ ਸਭ ਕੁਝ ਉਹ ਔਨ ਰਿਕਾਰਡ ਵੇਖਿਆ, ਠੀਕ ਹੈ ਨਾ। ਤਾਂ ਖੈਰ ਗੱਲ ਇਹ ਆ ਕਿ ਸ਼ਿਕਾਇਤ ਕੀਤੀ ਗਈ ਸੀ, ਉਸ ਤੋਂ ਬਾਅਦ ਹੁਣ ਜਿਹੜੇ ਰਾਮ ਮੰਦਿਰ ਟਰਸਟ ਦੇ ਬਈ ਪਹਿਲਾਂ ਰਹੇ ਲੇਖਾਕਾਰ ਦਾਵਾ ਕਰਦੇ ਆ, ਜਿਹੜੇ ਅਕਾਊਂਟੈਂਟ ਹੈ, ਕਿ ਉਹ ਕਹਿੰਦੇ ਆ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ। ਚੰਪਤ ਰਾਏ ਨੂੰ ਜਦੋਂ ਮੈਂ ਦੱਸਿਆ, ਮੈਂਬਰ ਗੋਪਾਲ ਰਾਏ ਨੂੰ ਦੱਸਿਆ ਕਿ ਐਦਾਂ ਸਾਰਾ ਕੁਝ ਹੋ ਰਿਹਾ ਹੈ, ਤਾਂ ਉਹਨਾਂ ਨੇ ਅਗਲੇ ਦਿਨ ਮੈਨੂੰ ਹਟਾ ਦਿੱਤਾ ਤੇ ਮੰਦਿਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ 8 ਮਹੀਨੇ ਪੁਰਾਣੀ ਫੁਟੇਜ ਜਿਹੜੀ ਆ ਉਹ ਡਿਲੀਟ ਕਰਵਾ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਜੇ ਜੀ ਤੁਸੀਂ ਦੇਖੋਗੇ, ਸਪਾ ਦੇ ਸਾਬਕਾ ਮੰਤਰੀ ਉਹਨਾਂ ਨੇ ਵੀ ਦੋਸ਼ ਲਾਇਆ ਸੀ, ਇਹ 7 ਕਰੋੜ ਚੜਾਵੇ ਚੋਂ ਪਾਸੇ ਕਰਨ ਦਾ ਮਾਮਲਾ ਹੈ ਕਿ ਰਾਮ ਮੰਦਿਰ ਦੇ ਵਿੱਚ ਚੜਾਵਾ ਜਿਹੜਾ ਉਹਦੇ ਚੋਂ 7 ਕਰੋੜ ਪਾਸੇ ਕੀਤੇ ਆ। ਤੇ ਜਿਹੜਾ ਸਾਬਕਾ ਅਕਾਊਂਟੈਂਟ ਹੈ ਉਹ ਦਾਵਾ ਕਰਦਾ ਹੈ ਕਿ ਕੋਈ ਨਵੀਂ ਗੱਲ ਨਹੀਂ, ਇੱਥੇ ਤੇ ਕੰਮ ਚੱਲਦਾ ਹੀ ਚੱਲਦਾ। ਸੋ ਜ਼ਮੀਨ ਨਾਲ ਜੁੜੇ ਵਿਵਾਦ, ਉਹ ਸਾਰਾ ਕੁਝ ਵੇਖਿਆ। ਚੰਪਤ ਰਾਏ ਨੂੰ ਜਿਸ ਤਰ੍ਹਾਂ ਇੱਥੇ ਲਾਇਆ ਗਿਆ, ਵੈਸੇ ਤੇ ਤੁਹਾਨੂੰ ਪਤਾ ਹੀ ਹੈ, ਉਹ ਜਿਹੜੇ ਹੈਗੇ ਨੇ ਸ਼ੰਕਰਾਚਾਰੀਆ ਸੀਗੇ ਨਾ, ਸਵਾਮੀ ਮੁਕਤੇਸ਼ਵਰਾਨੰਦ, ਜਿਨ੍ਹਾਂ ਦਾ ਬੜਾ ਰੌਲਾ ਪਿਆ ਸੀ, ਜਿਨ੍ਹਾਂ ਦੀ ਕੱਲ ਵੀ ਆਪਾਂ ਗੱਲ ਕੀਤੀ ਸੀ। ਉਹਨਾਂ ਨੇ ਤੇ ਅੱਜ ਫਿਰ ਟਿੱਪਣੀ ਕੀਤੀ ਹੈ ਕਿ ਜਦ ਮੰਦਿਰ ਬਣਨ ਲੱਗਾ ਸੀਗਾ ਤਾਂ ਪਲਾਟ ਵਿਕਣ ਲੱਗੇ, 2-2 ਮਿੰਟ ਦੇ ਵਿੱਚ ਪਲਾਟ ਕਰੋੜਾਂ ਦੇ ਹੋ ਜਾਂਦੇ ਆ। ਤੇ ਉੱਥੇ ਪਹਿਲਾਂ ਤੋਂ ਹੀ ਚੰਪਤ ਰਾਏ ਬੈਠਾ ਹੁੰਦਾ ਸੀ। ਚੰਪਤ ਦਾ ਮਤਲਬ ਹੀ ਹੁੰਦਾ ਹੈ ਕਿ ਲੈ ਕੇ ਫਰਾਰ ਹੋ ਜਾਣਾ। ਸੋ ਕੰਮ ਕਾਫੀ ਖਰਾਬ ਹੋ ਗਿਆ ਗੁਰਪ੍ਰੀਤ, ਪੰਜਾਬ ਦੇ ਮੌਸਮ ਵਾਂਗੂ ਯਕਦਮ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।